ਇੱਕ ਵਾਰ ਫਿਰ ਤੋਂ ਤੁਹਾਡਾ ਇਸ ਸੈਸ਼ਨ ਦੇ ਵਿੱਚ ਸਵਾਗਤ ਹੈ ਤੇ ਜਿੱਥੇ ਅਸੀਂ ਗੱਲ ਕਰ ਰਹੇ ਸੀਗੇ ਕਿ ਕਿਵੇਂ ਅਸੀਂ ਆਪਣੇ ਮਸੀਹੀ ਜੀਵਨ 'ਚ ਵੱਧ ਸਕਦੇ ਹਾਂ ਤੇ ਬਾਈਬਲ ਦੱਸਦੀ ਏ ਕਿ ਸਾਡੀ ਇਹ ਜਿਹੜੀ ਦੌੜ ਏ ਇਹ ਵਿਸ਼ਵਾਸ ਦੀ ਦੌੜ ਏ। ਅਸੀਂ ਵਿਸ਼ਵਾਸ ਦੇ ਦੁਆਰਾ ਜਿਉਂਦੇ ਹਾਂ, ਅਸੀਂ ਵਿਸ਼ਵਾਸ ਦੇ ਦੁਆਰਾ ਚੱਲਦੇ ਹਾਂ ਅਤੇ ਵਿਸ਼ਵਾਸ ਹੀ ਦੇ ਵਿੱਚ ਸਾਡਾ ਪੂਰਾ ਮਸੀਹੀ ਜੀਵਨ ਹੈ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਯੀਸ਼ੂ ਦੀ ਵੱਲ ਤੱਕਦੇ ਰਹਿਣਾ ਕਿ ਉਹ ਸਾਡੇ ਵਿਸ਼ਵਾਸ ਦਾ ਕਰਤਾ ਤੇ ਸਿੱਧ ਕਰਤਾ ਹੈ। ਉਹ ਜਿਹੜਾ ਸਾਨੂੰ ਵਿਸ਼ਵਾਸ ਦਿੰਦਾ ਹੈ, ਜਿਹੜਾ ਸਾਨੂੰ ਵਿਸ਼ਵਾਸ 'ਚ ਬਣਾਏ ਰੱਖਦਾ ਹੈ, ਅਸੀਂ ਆਪਣੀਆਂ ਅੱਖਾਂ ਉਸ ਦੇ ਉੱਤੇ ਲਗਾਏ ਰੱਖਦੇ ਹਾਂ ਤਾਂ ਕਿ ਅਸੀਂ ਉਹਨੂੰ ਪਿਆਰ ਕਰ ਸਕੀਏ, ਅਸੀਂ ਉਹਦੇ 'ਚ ਵੱਧ ਸਕੀਏ। ਅਤੇ ਜਦ ਮੈਂ ਯੂਨੀਵਰਸਿਟੀ ਸਟੂਡੈਂਟ ਸੀਗਾ, ਪਰਮੇਸ਼ਰ ਨੇ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ। ਬਹੁਤ ਸਾਰੀਆਂ ਗੱਲਾਂ ਸੀ ਜਿਨ੍ਹਾਂ ਨੇ ਮੇਰੀ ਮਦਦ ਕੀਤੀ, ਉਹਨਾਂ ਬਾਰੇ ਮੈਂ ਗੱਲ ਕਰ ਰਿਹਾ ਸੀ। ਸਭ ਤੋਂ ਪਹਿਲਾਂ ਵਿਅਕਤੀਗਤ ਰਿਸ਼ਤੇ, ਜਿੱਥੇ ਕੋਈ ਆਉਂਦਾ ਏ ਤੇ ਤੁਹਾਡੇ ਨਾਲ ਆਣ ਕੇ ਖੜਾ ਹੋ ਜਾਂਦਾ ਹੈ, ਮਸੀਹ 'ਚ ਤੁਹਾਡੀ ਵਧਣ 'ਚ ਸਹਾਇਤਾ ਕਰਦਾ ਹੈ। ਅਤੇ ਫਿਰ ਅਸੀਂ ਪਿਛਲੇ ਹਫਤੇ ਗੱਲ ਕੀਤੀ ਸੀਗੀ ਛੋਟੇ ਸਮੂਹ ਦੀ, ਕਿਵੇਂ ਤੁਹਾਨੂੰ ਇੱਕ ਛੋਟੇ ਝੁੰਡ ਦੀ ਲੋੜ ਹੈ ਜਿਨ੍ਹਾਂ ਨਾਲ ਤੁਸੀਂ ਵੰਡ ਸਕੋ, ਇਮਾਨਦਾਰ ਰਹਿ ਸਕੋ। ਕਿਵੇਂ ਉਹ ਤੁਹਾਡੀ ਮਦਦ ਕਰਦੇ ਨੇ, ਕਿਵੇਂ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਤੇ ਤੁਸੀਂ ਮਸੀਹ 'ਚ ਵੱਧਦੇ ਹੋ ਤੇ ਵੰਡਦੇ ਹੋ। ਇੱਕ ਹੋਰ ਚੀਜ਼ ਏ ਜਿਹੜੀ ਤੁਹਾਡੀ ਮਦਦ ਕਰੇਗੀ ਕਿ ਤੁਸੀਂ ਆਪਣੇ ਵਿਸ਼ਵਾਸ 'ਚ ਵੱਧ ਸਕੋ ਤਾਂ ਕਿ ਤੁਸੀਂ ਉਹ ਬਣ ਸਕੋ ਜੋ ਪ੍ਰਭੂ ਤੁਹਾਨੂੰ ਬਣਾਉਣਾ ਚਾਹੁੰਦਾ, ਉਹ ਹੈ ਚਰਚ। ਇਹਦਾ ਮਤਲਬ ਹੈ ਕਿ ਵਿਸ਼ਵਾਸੀਆਂ ਦਾ ਇੱਕ ਸਮੂਹ ਜਿਹੜਾ ਇਕੱਠੇ ਹੁੰਦਾ ਹੈ ਤੇ ਇਕੱਠੇ ਹੋ ਕੇ ਉਹ ਆਰਾਧਨਾ ਕਰਦੇ ਨੇ। ਇਹ ਅਲੱਗ ਹੈ ਇੱਕ ਵਿਅਕਤੀ ਤੋਂ ਜਾਂ ਛੋਟੇ ਸਮੂਹ ਤੋਂ, ਕਿਉਂਕਿ ਇਹ ਹੈ ਵਿਸ਼ਵਾਸੀਆਂ ਦੀ ਇੱਕ ਵੱਡੀ ਦੇਹ, ਇਹ ਵਿਸ਼ਵਾਸੀਆਂ ਦਾ ਵੱਡਾ ਝੁੰਡ ਹੈ। ਅਤੇ ਹੁਣ ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਕੁਝ ਦੇਸ਼ ਨੇ ਜਿੱਥੇ ਪਾਬੰਦੀ ਹੈ, ਤੁਸੀਂ ਵਿਸ਼ਵਾਸੀਆਂ ਦੇ ਵੱਡੇ ਸਮੂਹ ਨੂੰ ਨਹੀਂ ਲੈ ਸਕਦੇ। ਫਿਰ ਵੀ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਦੂਸਰੇ ਵਿਸ਼ਵਾਸੀਆਂ ਦੇ ਨਾਲ ਆਈਡੈਂਟੀਫਾਈ ਕਰ ਸਕੋ। ਇਹ ਤੁਸੀਂ WhatsApp ਦੇ ਦੁਆਰਾ ਜਾਂ ਕਿਸੇ ਸੋਸ਼ਲ ਮੀਡੀਆ ਦੇ ਦੁਆਰਾ ਕਰ ਸਕਦੇ। ਤੁਸੀਂ ਲੋਕਾਂ ਦੇ ਵੱਡੇ ਸਮੂਹ ਦੇ ਨਾਲ ਸੰਪਰਕ ਜੋੜੋ, ਇਹ ਤੁਹਾਡੇ ਲਈ ਬਹੁਤ ਵੱਡੀ ਬਰਕਤ ਹੋਵੇਗੀ। ਇੱਕ ਅਧਿਆਇ ਹੈ ਇਬਰਾਨੀਆਂ ਉਸ ਦੇ 10 ਅਧਿਆਇ ਦੀ 25 ਆਇਤ ਦੇ ਵਿੱਚ, ਜਿੱਥੇ ਲਿਖਿਆ ਹੈ ਕਿ ਆਪਸ ਵਿੱਚ ਇਕੱਠੇ ਹੋਣਾ ਨਾ ਛੱਡੋ ਜਿਵੇਂ ਕਈਆਂ ਦੀ ਆਦਤ ਹੈ, ਪਰ ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ। ਵੇਖੋ, ਜਦੋਂ ਇੱਕ ਵੱਡਾ ਸਮੂਹ ਹੁੰਦਾ ਹੈ, ਵਿਸ਼ਵਾਸੀਆਂ ਦਾ ਵੱਡਾ ਝੁੰਡ ਹੁੰਦਾ ਹੈ, ਤਾਂ ਉੱਥੇ ਉਤਸ਼ਾਹ ਇੱਕ ਦੂਸਰੇ ਨੂੰ ਮਿਲਦਾ ਹੈ। ਇਹ ਇੱਕ ਵਿਅਕਤੀ ਨੂੰ ਮਿਲਣ ਤੋਂ ਅਲੱਗ ਹੁੰਦਾ ਹੈ ਜਾਂ ਛੋਟੇ ਸਮੂਹ ਵਿੱਚ ਮਿਲਣ ਤੋਂ। ਇਹ ਉਤਸ਼ਾਹ ਮਿਲਦਾ ਹੈ ਜਦੋਂ ਅਸੀਂ ਮਸੀਹ ਦੀ ਦੇਹ ਦੇ ਨਾਲ ਇਕੱਠੇ ਹੁੰਦੇ ਹਾਂ। ਇਸ ਕਰਕੇ ਮੈਂ ਤੁਹਾਨੂੰ ਉਤਸ਼ਾਹਿਤ ਕਰਦਾ ਕਿ ਨਾ ਸਿਰਫ ਤੁਸੀਂ ਵਿਅਕਤੀਗਤ ਸਬੰਧਾਂ 'ਚ ਜਾਓ, ਨਾ ਸਿਰਫ ਛੋਟੇ ਸਮੂਹ ਦੇ ਹਿੱਸੇ ਬਣੋ, ਪਰੰਤੂ ਤੁਸੀਂ ਇੱਕ ਕਲੀਸਿਆ ਦਾ ਹਿੱਸਾ ਬਣੋ ਜਿੱਥੇ ਬਾਈਬਲ ਦਾ ਪ੍ਰਚਾਰ ਕੀਤਾ ਜਾਂਦਾ ਹੈ, ਜਿੱਥੇ ਯੀਸ਼ੂ ਮਸੀਹ ਨੂੰ ਉੱਪਰ ਉਠਾਇਆ ਜਾਂਦਾ ਹੈ, ਜਿੱਥੇ ਤੁਸੀਂ ਉਤਸ਼ਾਹਿਤ ਹੋ ਸਕਦੇ ਹੋ। ਹੁਣ ਕਿਉਂ ਜ਼ਰੂਰੀ ਹੈ ਇੱਕ ਲੋਕਲ ਚਰਚ 'ਚ ਜਾਣਾ? ਹੁਣ ਕਈ ਲੋਕ ਕਹਿੰਦੇ ਨੇ ਮੈਂ ਚਰਚ ਦੇ ਵਿੱਚ ਨਹੀਂ ਜਾਵਾਂਗਾ ਕਿਉਂਕਿ ਉੱਥੇ ਪਖੰਡੀ ਰਹਿੰਦੇ ਨੇ। ਮੈਂ ਤੁਹਾਨੂੰ ਕਹਿੰਦਾ ਤੁਸੀਂ ਇਹੋ ਜੀ ਕੋਈ ਵੀ ਜਗ੍ਹਾ ਨਹੀਂ ਲੱਭ ਸਕਦੇ ਜਿੱਥੇ ਪਖੰਡੀ ਨਹੀਂ ਹੋਣਗੇ। ਉਹ ਤੁਹਾਨੂੰ ਹਰ ਇੱਕ ਥਾਂ ਦੇ ਉੱਤੇ ਮਿਲਣਗੇ। ਇਸ ਕਰਕੇ ਤੁਹਾਨੂੰ ਇੱਕ ਲੋਕਲ ਕਲੀਸਿਆ ਦਾ ਹਿੱਸਾ ਹੋਣਾ ਚਾਹੀਦਾ ਹੈ, ਵਿਸ਼ਵਾਸੀਆਂ ਦਾ ਇੱਕ ਸਮੂਹ ਜਿਹੜਾ ਵਧਣ 'ਚ ਤੁਹਾਡੀ ਮਦਦ ਕਰੇਗਾ। ਹੁਣ ਕੋਈ ਵੀ ਪਰਫੈਕਟ ਚਰਚ ਨਹੀਂ ਹੈ, ਕਿਉਂਕਿ ਚਰਚ ਲੋਕਾਂ ਦਾ ਬਣਿਆ ਹੋਇਆ ਏ ਤੇ ਜਿੱਥੇ ਕਿਤੇ ਲੋਕ ਹੁੰਦੇ ਨੇ ਉਹ ਪਰਫੈਕਟ ਨਹੀਂ ਹੋ ਸਕਦਾ, ਕਿਉਂਕਿ ਅਸੀਂ ਸਭ ਦੇ ਸਭ, ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਕਿਉਂਕਿ ਜੇਕਰ ਤੁਸੀਂ ਮੈਨੂੰ ਲੰਬੇ ਸਮੇਂ ਤੱਕ ਜਾਣੋਗੇ ਤੁਹਾਨੂੰ ਪਤਾ ਲੱਗੇਗਾ ਮੇਰੇ 'ਚ ਵੀ ਕਮੀਆਂ ਨੇ, ਮੈਂ ਵੀ ਫੇਲ ਹੁੰਦਾ ਵਾਂ। ਅਸੀਂ ਸਭ ਪਾਪੀ ਹਾਂ ਜੋ ਪਰਮੇਸ਼ਵਰ ਦੀ ਕਿਰਪਾ ਦੁਆਰਾ ਬਚਾਏ ਗਏ ਹਾਂ। ਅਸਲ ਵਿੱਚ ਜੇ ਤੁਸੀਂ ਮੇਰੀ ਪਤਨੀ ਨੂੰ ਮਿਲੋ, ਉਹ ਤੁਹਾਨੂੰ ਦੱਸੇਗੀ ਕਿ ਮੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਸਾਰੀਆਂ ਥਾਵਾਂ ਜਿੱਥੇ ਮੈਨੂੰ ਮਜ਼ਬੂਤ ਹੋਣ ਦੀ ਲੋੜ ਹੈ। ਇਸ ਕਰਕੇ ਬਹੁਤ ਹੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਸੀਂ ਲੋਕਲ ਚਰਚ ਦੇ ਵਿੱਚ ਜਾਈਏ। ਲੋਕਲ ਚਰਚ ਦੇ ਵਿੱਚ ਜਾਣਾ ਕਿਉਂ ਮਹੱਤਵਪੂਰਨ ਹੈ? ਇੱਕ ਲੋਕਲ ਵਿਸ਼ਵਾਸੀਆਂ ਦੇ ਸਮੂਹ ਦੇ ਵਿੱਚ ਜਾਣਾ, ਸਭ ਤੋਂ ਪਹਿਲੀ ਗੱਲ ਹੈ ਪਰਮੇਸ਼ਵਰ ਸਾਨੂੰ ਆਗੂ ਦਿੰਦਾ ਹੈ। ਹੁਣ ਅਫਸੀਆਂ 4 ਅਧਿਆਏ ਦੇ ਵਿੱਚ ਲਿਖਿਆ ਹੈ ਕਿ ਉਹ ਆਗੂਆਂ ਨੂੰ ਤੋਹਫੇ ਦੇ ਰੂਪ 'ਚ ਕਲੀਸਿਆ ਨੂੰ ਦਿੰਦਾ ਹੈ, ਤੇ ਉਸਨੇ ਦਿੱਤਾ ਹੈ ਪਾਸਟਰਾਂ ਨੂੰ, ਰਸੂਲਾਂ ਨੂੰ, ਨਬੀਆਂ ਨੂੰ, ਸਿੱਖਿਅਕਾਂ ਨੂੰ ਤੇ ਪ੍ਰਚਾਰਕਾਂ ਨੂੰ।
ਹੁਣ ਮੈਂ ਇੱਕ ਪ੍ਰਚਾਰਕ ਹਾਂ ਅਤੇ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਇਹਨਾਂ ਲੋਕਾਂ ਦੇ ਅੰਦਰ ਵਰਦਾਨ ਪਾਉਂਦਾ ਹੈ ਤੇ ਫਿਰ ਉਹ ਇਹਨਾਂ ਲੋਕਾਂ ਨੂੰ ਕਲੀਸਿਆ ਨੂੰ ਦੇ ਦਿੰਦਾ ਹੈ। ਅਤੇ ਤੁਸੀਂ ਇਹ ਵੇਖੋਗੇ ਕਿ ਪਰਮੇਸ਼ਵਰ ਤੁਹਾਨੂੰ ਕੀਮਤੀ ਲੋਕ ਦਿੰਦਾ ਹੈ ਜੋ ਤੁਹਾਡੀ ਮਦਦ ਕਰਨ ਕਿ ਤੁਸੀਂ ਵੱਧ ਸਕੋ। ਇਹ ਬਹੁਤ ਹੀ ਜ਼ਰੂਰੀ ਹੈ ਤੇ ਖਾਸ ਤੌਰ ਦੇ ਉੱਤੇ ਜਿਹੜੇ ਪਾਸਟਰ ਤੇ ਟੀਚਰ ਨੇ ਉਹ ਤੁਹਾਡੀ ਮਦਦ ਕਰਨਗੇ ਕਿ ਤੁਸੀਂ ਮਸੀਹ ਦੇ ਵਿੱਚ ਵੱਧ ਸਕੋ। ਤੁਹਾਨੂੰ ਇੱਕ ਪਾਸਟਰ ਦੀ ਲੋੜ ਹੁੰਦੀ ਹੈ, ਇੱਕ ਸਿੱਖਿਅਕ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਪ੍ਰਭੂ ਦੀ ਬਾਣੀ ਦੇ ਵਿੱਚੋਂ ਪੂਰੀ ਤਰ੍ਹਾਂ ਸਿਖਾ ਸਕੇ। ਤੁਸੀਂ ਆਪਣੇ ਮਸੀਹੀ ਜੀਵਨ ਦੇ ਵਿੱਚ ਉਸ ਸਮੇਂ ਤੱਕ ਨਹੀਂ ਵੱਧ ਸਕਦੇ ਜਦ ਤੱਕ ਤੁਹਾਨੂੰ ਪ੍ਰਭੂ ਦਾ ਵਚਨ ਨਹੀਂ ਪਤਾ। ਇਸ ਕਰਕੇ ਤੁਹਾਨੂੰ ਕਿਸੇ ਦੀ ਲੋੜ ਹੈ ਜਿਹੜਾ ਵਚਨ ਨੂੰ ਜਾਣਦਾ ਹੋਵੇ, ਜਿਹੜਾ ਵਚਨ ਨੂੰ ਪਿਆਰ ਕਰਦਾ ਹੋਵੇ, ਜਿਹੜਾ ਵਚਨ ਨੂੰ ਸਿਖਾ ਸਕਦਾ ਹੋਵੇ ਕਿ ਉਹ ਤੁਹਾਨੂੰ ਬਾਈਬਲ ਸਿਖਾ ਸਕੇ। ਇਸ ਲਈ ਪਰਮੇਸ਼ਰ ਪਾਸਟਰਾਂ ਨੂੰ ਚਰਚ ਨੂੰ ਦਿੰਦਾ ਹੈ ਇਸ ਮਕਸਦ ਲਈ। ਪਰਮੇਸ਼ਰ ਉਸਤਾਦਾਂ ਨੂੰ ਚਰਚ ਨੂੰ ਦਿੰਦਾ ਹੈ ਇਸ ਮਕਸਦ ਲਈ। ਸਭ ਤੋਂ ਪਹਿਲੀ ਗੱਲ ਜੋ ਮੈਂ ਸੋਚਦਾ ਸਾਨੂੰ ਸਮਝਣੀ ਚਾਹੀਦੀ ਹੈ ਕਿ ਪਰਮੇਸ਼ਵਰ ਸਾਨੂੰ ਆਤਮਿਕ ਆਗੂ ਦਿੰਦਾ ਹੈ ਤਾਂ ਕਿ ਅਸੀਂ ਆਪਣੇ ਵਿਸ਼ਵਾਸ ਦੇ ਵਿੱਚ ਵੱਧ ਸਕੀਏ। ਤੁਸੀਂ ਚਰਚ ਦੇ ਵਿੱਚ ਜਾਂਦੇ ਹੋ ਜਿੱਥੇ ਬਾਈਬਲ ਦਾ ਪ੍ਰਚਾਰ ਕੀਤਾ ਜਾਂਦਾ, ਤੁਸੀਂ ਉਸ ਚਰਚ ਦੇ ਵਿੱਚ ਜਾਓ ਜਿੱਥੇ ਬਾਈਬਲ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਸ ਕਰਕੇ ਤੁਹਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਤੁਸੀਂ ਚਰਚ ਦੇ ਵਿੱਚ ਜਾਓ ਤੇ ਜਿੱਥੇ ਪਾਸਟਰ ਜਾਂ ਟੀਚਰ ਪਰਮੇਸ਼ਵਰ ਦਾ ਵਚਨ ਜਾਣਦਾ ਹੋਵੇ, ਪਰਮੇਸ਼ਵਰ ਦਾ ਵਚਨ ਸਿਖਾਵੇ ਤੇ ਤੁਹਾਨੂੰ ਅੱਗੇ ਵਧਾਵੇ। ਅਤੇ ਦੂਸਰੀ ਚੀਜ਼ ਹੈ ਬਾਈਬਲ ਖੁਦ। ਸ਼ਾਇਦ ਤੁਸੀਂ ਸਵੈਮ ਬਾਈਬਲ ਨੂੰ ਸਮਝ ਨਹੀਂ ਸਕਦੇ, ਤੁਹਾਨੂੰ ਕਿਸੇ ਦੀ ਜ਼ਰੂਰਤ ਹੁੰਦੀ ਏ। ਇਸ ਲਈ ਤੁਸੀਂ ਇੱਕ ਬਾਈਬਲ ਨੂੰ ਲੱਭੋ, ਫਿਰ ਤੁਹਾਡੇ ਨਾਲ ਦੇ ਵਿਸ਼ਵਾਸੀ ਜਿਹੜੇ ਮੰਡਲੀ 'ਚ ਨੇ ਤੁਹਾਨੂੰ ਬਾਈਬਲ ਸਿਖਾਉਣਗੇ। ਮੈਂ ਸੋਚਦਾ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਨਾ ਸਿਰਫ ਤੁਸੀਂ ਚਰਚ 'ਚ ਜਾਓ ਬਲਕਿ ਉਸ ਚਰਚ ਦੇ ਵਿੱਚ ਜਾਓ ਜਿੱਥੇ ਬਾਈਬਲ ਦਾ ਲਗਾਤਾਰ ਪ੍ਰਚਾਰ ਕੀਤਾ ਜਾਂਦਾ ਹੈ। ਇੱਕ ਇਹੋ ਜਿਹਾ ਚਰਚ ਜਿੱਥੇ ਵਚਨ ਖੁੱਲ੍ਹਦਾ ਹੈ। ਅਤੇ ਵੇਖੋ, ਮੇਰੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਨਹੀਂ ਕਿ ਮੈਂ ਕੀ ਸੋਚਦਾ ਹਾਂ ਬਲਕਿ ਬਾਈਬਲ ਕੀ ਕਹਿੰਦੀ ਹੈ। ਬਾਈਬਲ ਪਰਮੇਸ਼ਵਰ ਦਾ ਵਚਨ ਹੈ ਅਤੇ ਮੈਨੂੰ ਇਹ ਵਚਨ ਨੂੰ ਲੈਣਾ ਚਾਹੀਦਾ ਹੈ। ਵਚਨ ਦੇ ਵਿੱਚ ਲਿਖਿਆ ਹੈ ਵਿਸ਼ਵਾਸ ਸੁਣਨ ਦੇ ਦੁਆਰਾ ਆਉਂਦਾ ਹੈ ਅਤੇ ਸੁਣਨਾ ਮਸੀਹ ਦਾ ਵਚਨ ਹੈ। ਇਸ ਲਈ ਜਦੋਂ ਤੁਸੀਂ ਵਚਨ ਨੂੰ ਸਿੱਖੋਗੇ ਤਾਂ ਵਚਨ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਉਹ ਬਣ ਸਕੋ ਜੋ ਪਰਮੇਸ਼ਵਰ ਤੁਹਾਨੂੰ ਬਣਾਉਣਾ ਚਾਹੁੰਦਾ ਹੈ। ਫਿਰ ਇੱਕ ਤੀਜਾ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ ਕਿ ਕਿਉਂ ਤੁਹਾਨੂੰ ਲੋਕਲ ਚਰਚ ਦਾ ਹਿੱਸਾ ਹੋਣਾ ਚਾਹੀਦਾ ਹੈ ਅਤੇ ਉਹ ਹੈ ਤੁਹਾਨੂੰ ਮਸੀਹ ਦੀ ਦੇਹ ਤੋਂ ਉਤਸ਼ਾਹ ਪ੍ਰਾਪਤ ਕਰਨ ਦੀ ਲੋੜ ਹੈ। ਇਹ ਇੱਕ ਇਹੋ ਜਿਹੀ ਗੱਲ ਹੈ ਜਿਹਨੇ ਮੇਰੀ ਮਸੀਹੀ ਜੀਵਨ 'ਚ ਮਦਦ ਕੀਤੀ ਹੈ, ਨਾ ਸਿਰਫ ਮੇਰੇ ਥੋੜ੍ਹੇ ਸਮੇਂ ਲਈ ਬਲਕਿ ਪੂਰੇ ਮਸੀਹੀ ਜੀਵਨ 'ਚ। ਮੈਂ ਪਿਛਲੇ 33 ਸਾਲ ਤੋਂ ਇੱਕ ਚਰਚ ਦਾ ਮੈਂਬਰ ਰਿਹਾ ਹਾਂ ਅਤੇ ਇਹ ਪ੍ਰਾਰਥਨਾ ਕਰਨ ਵਾਲੇ ਲੋਕ ਹਨ ਤੇ ਇਹਦਾ ਅਸਲ ਦੇ ਵਿੱਚ ਨਾਂ ਵੀ ਪ੍ਰਾਰਥਨਾ ਦਾ ਘਰ ਹੈ। ਇਹ ਮੇਰੇ ਪਿਆਰੇ ਮਿੱਤਰ ਮੈਨੂੰ ਉਤਸ਼ਾਹਿਤ ਕਰਦੇ ਨੇ ਮੇਰੇ ਲਈ ਪ੍ਰਾਰਥਨਾ ਕਰਨ ਦੇ ਦੁਆਰਾ, ਮੈਨੂੰ ਉੱਪਰ ਉਠਾਉਣ ਦੇ ਦੁਆਰਾ। ਇਹੋ ਜਿਹੇ ਸਮੇਂ ਸੀ ਜਦੋਂ ਮੈਂ ਸੰਘਰਸ਼ ਕਰ ਰਿਹਾ ਸੀ, ਇਹੋ ਜਿਹੇ ਸਮੇਂ ਸੀ ਜਦੋਂ ਮੈਂ ਡਰ ਰਿਹਾ ਸੀ, ਇਹੋ ਜਿਹੇ ਸਮੇਂ ਸੀ ਜਦੋਂ ਮੈਨੂੰ ਧਮਕਾਇਆ ਜਾ ਰਿਹਾ ਸੀ ਤੇ ਚਰਚ ਨੇ ਮੇਰੇ ਲਈ ਪ੍ਰਾਰਥਨਾ ਕੀਤੀ। ਇਹੋ ਜਿਹੇ ਚਰਚ ਦਾ ਹੋਣਾ ਜਿਹੜੇ ਲੋਕ ਮੇਰੇ ਲਈ ਪ੍ਰਾਰਥਨਾ ਕਰਦੇ ਨੇ, ਜਿਹੜੇ ਮੈਨੂੰ ਜਾਣਦੇ ਨੇ, ਜਿਹੜੇ ਜੋ ਮੈਂ ਕਰਦਾ ਉਸ ਦੇ ਬਾਰੇ ਜਾਣਦੇ ਨੇ, ਇਹ ਮੇਰੇ ਲਈ ਬਹੁਤ ਹੀ ਮਦਦਗਾਰ ਹੋਇਆ ਹੈ। ਇਸ ਲਈ ਇਹ ਸਾਡੇ ਪਾਸਟਰ ਦੇ ਵਿੱਚ ਗੱਲ ਪਾਈ ਜਾਂਦੀ ਹੈ ਕਿ ਜਦੋਂ ਵੀ ਕੋਈ ਵੀ ਵਿਅਕਤੀ ਪਰੇਸ਼ਾਨ ਹੁੰਦਾ ਹੈ ਪੂਰੇ ਚਰਚ ਨੂੰ ਬੁਲਾ ਲੈਂਦੇ ਨੇ ਤਾਂ ਕਿ ਪੂਰੇ ਚਰਚ ਦੇ ਲੋਕ ਉਸ ਗੱਲ ਵਾਸਤੇ ਪ੍ਰਾਰਥਨਾ ਕਰ ਸਕਣ ਤੇ ਪਰਮੇਸ਼ਵਰ ਉੱਥੇ ਹਾਲਾਤਾਂ ਨੂੰ ਬਦਲ ਦਿੰਦਾ ਹੈ। ਵੇਖੋ, ਪਰਮੇਸ਼ਵਰ ਦੇ ਲੋਕਾਂ ਦੇ ਨਾਲ ਰਹਿ ਕੇ ਉਤਸ਼ਾਹ ਮਿਲਦਾ ਹੈ। ਅਤੇ ਨਾ ਸਿਰਫ ਇਹ ਬਲਕਿ ਜਦ ਤੁਸੀਂ ਲੋਕਾਂ ਦੇ ਨਾਲ ਆਪਣੇ ਦਿਲ ਨੂੰ ਵੰਡਦੇ ਹੋ ਤੇ ਉਹ ਆਪਣਾ ਦਿਲ ਤੁਹਾਡੇ ਨਾਲ ਵੰਡਦੇ ਨੇ, ਇਹਦੇ ਵਿੱਚ ਵੀ ਉਤਸ਼ਾਹ ਮਿਲਦਾ ਹੈ। ਇਹ ਬਹੁਤ ਹੀ ਉਤਸ਼ਾਹ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਚਰਚ ਦੇ ਵਿੱਚ ਜਾਂਦੇ ਹੋ, ਉੱਥੇ ਲੋਕ ਤੁਹਾਡੇ ਨਾਲ ਆਰਾਧਨਾ ਕਰਦੇ ਨੇ, ਗੀਤ ਗਾਉਂਦੇ ਨੇ, ਤੁਸੀਂ ਉਹਨਾਂ ਨੂੰ ਮਿਲਦੇ ਹੋ, ਵਚਨ ਨੂੰ ਸੁਣਦੇ ਹੋ ਅਤੇ ਜਦੋਂ ਲੋਕ ਵੰਡਦੇ ਨੇ ਜੋ ਯਿਸੂ ਮਸੀਹ ਉਹਨਾਂ ਦੀ ਜ਼ਿੰਦਗੀ 'ਚ ਕਰ ਰਿਹਾ ਹੈ, ਕਿੰਨੀ ਬਰਕਤ ਵਾਲੀ ਗੱਲ ਹੁੰਦੀ ਹੈ। ਜਦ ਲੋਕ ਆਪਣੇ ਸੰਘਰਸ਼ਾਂ ਨੂੰ ਵੰਡਦੇ ਨੇ, ਜਦ ਲੋਕ ਆਪਣੀਆਂ ਜਿੱਤਾਂ ਨੂੰ ਵੰਡਦੇ ਨੇ ਕਿ ਯਿਸੂ ਮਸੀਹ ਉਹਨਾਂ ਦੀ ਜ਼ਿੰਦਗੀ 'ਚ ਕੀ ਕਰ ਰਿਹਾ, ਇਹ ਚਰਚ ਦੇ ਮਕਸਦ ਦਾ ਇੱਕ ਹਿੱਸਾ ਹੈ। ਅਤੇ ਇਬਰਾਨੀਆਂ ਉਹਦਾ 10 ਅਧਿਆਏ ਦੀ 25 ਆਇਤ ਅਸਲ ਵਿੱਚ ਇਹੀ ਤਾਂ ਕਹਿੰਦੀ ਹੈ। ਦੇਖੋ, ਇੱਥੇ ਇਹੀ ਗੱਲ ਤਾਂ ਕਹੀ ਜਾ ਰਹੀ ਹੈ ਕਿ ਅਸੀਂ ਉਤਸ਼ਾਹਿਤ ਹੋਈਏ
ਤੇ ਇੱਕ ਹੋਰ ਵੀ ਰੌਚਿਕ ਗੱਲ ਏ ਕਿ ਇਹ ਜਿਹੜਾ ਅਧਿਆਇ ਹੈ ਇਹ ਇਬਰਾਨੀਆਂ 11 ਅਧਿਆਇ ਤੋਂ ਥੋੜਾ ਪਹਿਲਾਂ ਆਉਂਦਾ ਹੈ, ਜੋ ਕਿ ਵਿਸ਼ਵਾਸ ਦੇ ਭਰਾਵਾਂ ਤੇ ਭੈਣਾਂ ਦਾ ਅਧਿਆਇ ਆ। ਉੱਥੇ ਨੂਹ ਦੀ ਗੱਲ ਹੋ ਰਹੀ ਹੈ, ਉੱਥੇ ਅਬਰਾਹਾਮ ਦੀ ਗੱਲ ਹੋ ਰਹੀ ਹੈ, ਉੱਥੇ ਮੂਸਾ ਦੀ ਗੱਲ ਹੋ ਰਹੀ ਹੈ, ਉੱਥੇ ਪਰਮੇਸ਼ਵਰ ਦੇ ਅਲੱਗ-ਅਲੱਗ ਦਾਸ ਤੇ ਦਾਸੀਆਂ ਦੀ ਗੱਲ ਹੋ ਰਹੀ, ਜਿਹੜੇ ਵਿਸ਼ਵਾਸ ਦੁਆਰਾ ਜੀਏ, ਜਿਹੜੇ ਵਿਸ਼ਵਾਸ ਦੁਆਰਾ ਚੱਲੇ, ਜਿਹੜੇ ਵਿਸ਼ਵਾਸ ਦੁਆਰਾ ਰਹੇ ਨੇ। ਤੁਸੀਂ ਵੇਖੋ, ਜੇ ਤੁਸੀਂ ਉਹਨਾਂ ਵਰਗੇ ਬਣਨਾ ਚਾਹੁੰਦੇ ਹੋ ਤੇ ਤੁਹਾਨੂੰ ਉਹਨਾਂ ਲੋਕਾਂ ਦੀ ਲੋੜ ਹੈ, ਪਰਮੇਸ਼ਰ ਦੇ ਲੋਕਾਂ ਜਿਹੜੇ ਤੁਹਾਨੂੰ ਉਤਸ਼ਾਹਿਤ ਕਰਨ, ਤਾਂ ਕਿ ਤੁਸੀਂ ਉਹ ਬਣੋ ਜੋ ਪ੍ਰਭੂ ਤੁਹਾਨੂੰ ਬਣਾਉਣਾ ਚਾਹੁੰਦਾ ਹੈ। ਮੈਂ ਅੱਜ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਲੋਕਲ ਚਰਚ ਲੱਭੋ, ਤੁਸੀਂ ਲੋਕਲ ਚਰਚ ਦਾ ਹਿੱਸਾ ਬਣੋ, ਤਾਂ ਕਿ ਤੁਸੀਂ ਵਿਸ਼ਵਾਸ ਦੇ ਭਰਾ ਅਤੇ ਭੈਣ ਬਣ ਸਕੋ। ਹੁਣ ਤੁਹਾਡੇ ਵਿੱਚੋਂ ਕੁਝ ਹੋਣਗੇ, ਉਹ ਮੈਂ ਤੇ ਹਾਲੇ ਬਹੁਤ ਦੂਰ ਹਾਂ, ਮੈਂ ਤੇ ਹਾਲੇ ਨਵਾਂ ਮਸੀਹ 'ਚ ਆਇਆ, ਪਰ ਮੈਂ ਤੁਹਾਨੂੰ ਕਹਿਣਾ ਤੁਸੀਂ ਉੱਥੇ ਪਹੁੰਚੋਗੇ ਅਤੇ ਤੁਸੀਂ ਆਪਣੇ ਵਿਅਕਤੀਗਤ ਸੰਬੰਧ ਬਣਾਓ, ਤੁਸੀਂ ਆਪਣੇ ਗਰੁੱਪ 'ਚ ਮਿਲੋ ਅਤੇ ਤੁਸੀਂ ਇੱਕ ਚਰਚ ਦਾ ਹਿੱਸਾ ਬਣੋ ਜਿੱਥੇ ਬਾਈਬਲ ਦਾ ਪ੍ਰਚਾਰ ਕੀਤਾ ਜਾਂਦਾ, ਜਿੱਥੇ ਬਾਈਬਲ ਸਿਖਾਈ ਜਾਂਦੀ, ਤਾਂ ਕਿ ਤੁਸੀਂ ਉਹ ਬਣ ਸਕੋ ਜੋ ਪ੍ਰਭੂ ਤੁਹਾਨੂੰ ਬਣਾਉਣਾ ਚਾਹੁੰਦਾ ਹੈ। ਇਸ ਲਈ ਤੁਸੀਂ ਜਾਓ, ਤੁਸੀਂ ਵਧੋ ਅਤੇ ਕਦੇ ਵੀ ਲੋਕਾਂ ਨਾਲ ਮਿਲਣਾ ਨਾ ਛੱਡੋ। ਤੁਸੀਂ ਜਾਓ ਤੇ ਚਰਚ ਦਾ ਹਿੱਸਾ ਬਣੋ ਅਤੇ ਤੁਸੀਂ ਉਹ ਚਰਚ ਦਾ ਹਿੱਸਾ ਬਣੋ, ਤੁਸੀਂ ਉਹ ਚਰਚ ਦੇ ਵਿੱਚ ਅੱਗੇ ਵਧੋ ਅਤੇ ਤੁਸੀਂ ਪ੍ਰਭੂ ਦੇ ਵਿੱਚ ਵਧਦੇ ਜਾਓ ਅਤੇ ਤੁਸੀਂ ਵਧੋਗੇ। ਪ੍ਰਭੂ ਤੁਹਾਨੂੰ ਬਰਕਤ ਦੇਵੇ।